ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਬਹੁਤ ਹੀ ਸੋਹਣੀਆਂ ਪੰਕਤੀਆਂ ਗੁਰੂ ਸਾਹਿਬ ਨੇ ਦਰਸ਼ਨ ਕਰਵਾਏ ਤੇ ਸੋਚਿਆ ਚਲੋ ਸਾਰੇ ਮਿਲ ਜੁਲ ਕੇ ਇਹਦਾ ਆਨੰਦ ਲਈਏ। ਗੁਰੂ ਅਮਰਦਾਸ ਜੀ ਬੋਲ ਰਹੇ, ਕਹਿੰਦੇ ਹੋਰ ਬਿਰਹਾ ਸਭ ਧਾਤ ਹੈ, ਜਬ ਲਗ ਸਾਹਿਬ ਪ੍ਰੀਤ ਨਾ ਹੋਏ। ਇਹ ਮਨ ਮਾਇਆ ਮੋਹਿਆ, ਵੇਖਣ ਸੁਣਨ ਨਾ ਹੋਏ। ਸਹਿ ਦੇਖੇ ਬਿਨ ਪ੍ਰੀਤ ਨਾ ਉਪਜੈ, ਅੰਧਾ ਕਿਆ ਕਰੇ। ਨਾਨਕ ਜਿਨ ਅੱਖੀਂ ਲੀਤੀਆਂ, ਸੋਈ ਸੱਚਾ ਦੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੋਰ ਬਿਰਹਾ ਸਭ ਧਾਤ ਹੈ। ਵੇਖੋ, ਬਿਰਹਾ ਕਿਸੇ ਇਨਸਾਨ ਲਈ ਵੀ ਹੋ ਸਕਦਾ ਹੈ, ਕਿਸੇ ਚੀਜ਼ ਲਈ ਹੋ ਸਕਦਾ ਹੈ, ਤੇ ਬਿਰਹਾ ਉਸ ਵਾਹਿਗੁਰੂ ਲਈ ਵੀ ਹੋ ਸਕਦਾ ਹੈ। ਇਹ ਤਾਂ ਸਭ ਕੁਝ ਨੀਂਹ ਦੇ ਉੱਪਰ ਡਿਪੈਂਡ ਕਰਦਾ ਹੈ ਕਿ ਸਾਡੇ ਦਿਲ ਦੇ ਵਿੱਚ ਇਸ ਬਿਰਹੇ ਪ੍ਰਤੀ ਨੀਂਹ ਕਿਹੜੀ ਚੱਲ ਰਹੀ ਹੈ। ਹੋਰ ਬਿਰਹਾ ਸਭ ਧਾਤ ਹੈ। ਇਹ ਰੋਣੇ ਜਿਹੜੇ ਆ, ਗੁਰੂ ਸਾਹਿਬ ਕਹਿੰਦੇ ਤੇਰੇ ਝੂਠੇ ਆ, ਇਹ ਕਿਸੇ ਕੰਮ ਨਹੀਂ ਆਉਣੇ। ਇਹ ਸਿਰਫ ਤੈਨੂੰ ਮਾਇਆ ਦੇ ਸਕਦੇ। ਧਾਤ ਹੁੰਦੀ ਮਾਇਆ। ਹੋਰ ਬਿਰਹਾ ਸਭ ਧਾਤ ਹੈ। ਤੇਰੇ ਰੋਣੇ ਤਾਂ ਝੂਠੇ ਆ ਕਿਉਂਕਿ ਤੂੰ ਝੂਠ ਲਈ ਰੋ ਰਿਹਾ, ਉਸ ਚੀਜ਼ ਲਈ ਰੋ ਰਿਹਾ ਜਿਹੜੀ ਚਲਾਏਮਾਨ ਹੈ, ਨਿਹਚਲ ਨਹੀਂ ਆ। ਨਿਹਚਲ ਕੇਵਲ ਵਾਹਿਗੁਰੂ ਆ, ਉਹਦਾ ਨਾਮ ਨਿਹਚਲ ਆ, ਜਿਹੜਾ ਸਰੀਰਕ ਮੌਤ ਦੇ ਉੱਪਰ, ਸਰੀਰਕ ਮੌਤ ਦੀ ਪਹੁੰਚ ਨਹੀਂ ਉਹਦੇ ਤੱਕ, ਜਿਉਂਦਿਆਂ ਜਾਗਦਿਆਂ ਵੀ ਨਾਲ ਆ, ਸਰੀਰ ਛੱਡਣ ਤੋਂ ਬਾਅਦ ਵੀ ਨਾਲ ਆ, ਹਮੇਸ਼ਾ ਨਾਲ ਆ। ਹੋਰ ਬਿਰਹਾ ਸਭ ਧਾਤ ਹੈ, ਜਬ ਲਗ ਸਾਹਿਬ ਪ੍ਰੀਤ ਨਾ ਹੋਏ। ਜਦੋਂ ਤੱਕ ਇਹ ਅੱਖਾਂ ਉਸ ਵਾਹਿਗੁਰੂ ਲਈ ਨਹੀਂ ਰੋਈਆਂ, ਉਦੋਂ ਤੱਕ ਹੋਰ ਸਾਰੀਆਂ ਚੀਜ਼ਾਂ ਲਈ ਰੋਊਗੀਆਂ, ਕਿਸੇ ਇਨਸਾਨ ਲਈ ਰੋਊਗੀਆਂ। ਮੇਰੇ ਨਾਲ ਧੱਕਾ ਹੋ ਗਿਆ, ਮੇਰੀ ਗੱਲ ਨਹੀਂ ਸੁਣਦਾ ਕੋਈ, ਮੇਰੀ ਕੋਈ ਇੱਜ਼ਤ ਨਹੀਂ, ਹਰ ਚੀਜ਼ ਲਈ ਰੋਣਗੀਆਂ। ਫਿਰ ਇਹਨਾਂ ਇੱਛਾਵਾਂ ਤੋਂ ਹੀ ਦੁੱਖ ਮਿਲਣੇ ਸ਼ੁਰੂ ਹੁੰਦੇ ਆ। ਇੱਛਾ ਹੀ ਦੁੱਖ ਪ੍ਰਗਟ ਕਰਦੀ, ਤੇ ਇੱਛਾ ਹੀ ਉਹ ਆਤਮਿਕ ਸੁੱਖ ਪ੍ਰਗਟ ਕਰਦੀ ਜਿਸ ਲਈ ਗੁਰੂ ਸਾਹਿਬ ਨੇ ਇੱਥੇ ਭੇਜਿਆ। ਪਰ ਇਹ ਇੱਛਾ ਪ੍ਰਗਟ ਹੋਣੀ ਬਹੁਤ ਹੀ, ਕੋਈ ਸੰਗਤ ਮਿਲ ਜੇ ਵਧੀਆ ਪਿਆਰ ਵਾਲੀ, ਕੋਈ ਗੁਰਸਿੱਖ ਮਿਲ ਜੇ, ਕਿਤੇ ਵਾਹਿਗੁਰੂ ਦੀ ਕੋਈ ਮਿਹਰ ਹੋ ਜੇ, ਕੋਈ ਤੁਕ ਅੰਦਰ ਘਰ ਕਰ ਜੇ, ਜਿਹੜੀ ਨਿਕਲੇ ਨਾ, ਜਿਹੜੀ ਸਦਾ ਹੀ ਆਪਣੇ ਵੱਲ ਖਿੱਚੀ ਰੱਖੇ, ਉਹ ਕੱਢ ਸਕਦੀ ਇਹਦੇ ਤੋਂ ਬਾਹਰ, ਹੋਰ ਕੋਈ ਨਹੀਂ ਕੱਢ ਸਕਦਾ। ਕੋਈ ਢਹਿ ਕੇ ਆ ਜਾਏ, ਨਿਮਾਣਾ ਹੋ ਕੇ ਆ ਜਾਏ, ਉਹੀ ਬਚ ਸਕਦਾ। ਕਿਉਂਕਿ ਹੋਰ ਬਿਰਹਾ ਸਭ ਧਾਤ ਹੈ, ਜਬ ਲਗ ਸਾਹਿਬ ਪ੍ਰੀਤ ਨਾ ਹੋਏ। ਇਹ ਅੱਖਾਂ ਉਦੋਂ ਤੱਕ ਰੋਂਦੀਆਂ ਰਹਿਣਗੀਆਂ ਸਾਰੀਆਂ ਚੀਜ਼ਾਂ ਲਈ, ਜਦੋਂ ਤੱਕ ਅੱਖਾਂ 'ਚੋਂ ਵਾਹਿਗੁਰੂ ਲਈ ਪਾਣੀ ਨਾ ਆਇਆ। ਅਸੀਂ ਵਾਹਿਗੁਰੂ ਅੱਗੇ ਰੋਂਦੇ ਹਾਂ, ਪਰ ਚੀਜ਼ਾਂ ਲਈ ਰੋਂਦੇ ਹਾਂ ਜਿਹੜੀਆਂ ਉਹਨੇ ਬਣਾਈਆਂ, ਉਹਦੀਆਂ ਦਾਤਾਂ ਲਈ ਰੋਂਦੇ ਹਾਂ। ਉਹ ਦਾਤਾਂ ਲਈ
ਜਿਹੜੀਆਂ ਨਿਹਚਲ ਨਹੀਂ ਆ, ਜਿਹੜੀਆਂ ਚਲਾਏਮਾਨ ਆ। ਗੁਰੂ ਸਾਹਿਬ ਨੇ ਤਾਂ ਹੀ ਲਿਖਿਆ ਨਾ ਕਿ ਦਾਤ ਪਿਆਰੀ ਵਿਸਰਿਆ ਦਤਾਰਾ। ਉਹਦੀਆਂ ਚੀਜ਼ਾਂ ਪਸੰਦ ਆ ਗਈਆਂ ਤੇ ਉਹ ਭੁੱਲ ਗਿਆ। ਇਹ ਰੋਣੇ, ਇਹ ਬਿਰਹਾ ਜਦੋਂ ਦਾਤੇ ਲਈ ਵਹੂਗਾ ਉਦੋਂ ਜਨਮ ਸਫਲਾ ਹੋਣਾ, ਨਹੀਂ ਤਾਂ ਹਰ ਚੀਜ਼ ਲਈ ਰੋਏਗਾ। ਮੇਰੇ ਨਾਲ ਆ ਹੋ ਗਿਆ, ਉਹ ਹੋ ਗਿਆ, ਇਹਨਾਂ ਤੋਂ ਕਦੀ ਉੱਪਰ ਨਹੀਂ ਉੱਠਿਆ ਜਾਣਾ। ਜਦੋਂ ਤੱਕ ਜਬ ਲੱਗ ਸਾਹਿਬ ਪ੍ਰੀਤ ਨਾ ਹੋਏ ਉਦੋਂ ਤੱਕ ਸਭ ਕੁਝ ਧਾਤ ਹੀ ਰਹਿਣਾ, ਮਾਇਆ ਰਹਿਣੀ। ਇਹ ਮਨ ਮਾਇਆ ਮੋਹਿਆ, ਵੇਖਣ ਸੁਣਨ ਨਾ ਹੋਏ। ਜਦੋਂ ਤੱਕ ਮਾਇਆ ਚੱਲ ਰਹੀ ਅੰਦਰ ਉਦੋਂ ਤੱਕ ਇਹਦਾ ਵੇਖਣਾ ਸੁਣਨਾ ਹਰ ਇੱਕ ਚੀਜ਼ ਮਾਇਆ ਦੇ ਅਧੀਨ ਹੈ। ਇਹਦਾ ਆਪਣਾ ਕੋਈ ਕੰਟਰੋਲ ਨਹੀਂ। ਹਰ ਇੱਕ ਚੀਜ਼ ਇਹਦੀ ਨਜ਼ਰ ਜਿਹੜੀ ਆ ਉਹਦੇ 'ਚ ਮਾਇਆ ਆ। ਜੋ ਇਹ ਸੁਣ ਰਿਹਾ ਆ, ਵਾਹਿਗੁਰੂ ਦੀ ਗੱਲ ਹੀ ਨਹੀਂ ਅੰਦਰ ਜਾ ਰਹੀ, ਕਿੱਦਾਂ ਜਾਊਗੀ? ਪ੍ਰੀਤ ਨਹੀਂ ਹੈ ਅੰਦਰ। ਜਿਸ ਚੀਜ਼ 'ਚ ਇੰਟਰਸਟ ਨਹੀਂ ਆ ਉਹਨੂੰ ਕੰਨ ਸੁਣ ਵੀ ਰਹੇ ਆ, ਉਹਨੂੰ ਜ਼ੁਬਾਨ ਬੋਲ ਵੀ ਰਹੀ ਆ, ਤਾਂ ਵੀ ਗੱਲ ਨਹੀਂ ਬਣਦੀ ਨਾ। ਜਿਸ ਚੀਜ਼ ਦੇ ਵਿੱਚ ਇੰਟਰਸਟ ਹੋਊਗਾ ਹਮੇਸ਼ਾ ਉਹਦੀ ਹੀ ਗੱਲ ਸੁਣੋਗੀ। ਉਹਦੇ ਪ੍ਰਤੀ ਬੋਲੇ ਬੋਲ ਹੀ ਸੱਚ ਦੇ ਬੋਲ ਹੋਣਗੇ, ਦਿਲੋਂ ਅੰਦਰੋਂ ਬੋਲ ਹੋਣਗੇ। ਪਰ ਜਦੋਂ ਇੰਟਰਸਟ ਹੀ ਨਹੀਂ ਆ, ਜਦੋਂ ਵਾਹਿਗੁਰੂ ਦੀ ਗੱਲ ਸੁਣਨ ਦਾ ਆਨੰਦ ਹੀ ਨਹੀਂ ਅੰਦਰ ਪੈਦਾ ਹੋ ਰਿਹਾ, ਜਦੋਂ ਤੱਕ ਇਹ ਮਨ ਮਾਇਆ ਮੋਹਿਆ ਉਦੋਂ ਤੱਕ ਫਿਰ ਵੇਖਣ ਸੁਣਨ ਨਾ ਹੋਏ। ਥੋੜਾ ਆਪਾਂ ਪਿੱਛੇ ਜਾਈਏ, ਜਦੋਂ ਅਸੀਂ ਛੋਟੇ ਸੀ, ਜਾਂ ਕਹਿ ਲਓ ਜਦੋਂ ਬਹੁਤ ਇਹ ਮਨ ਜਿਹੜਾ ਆ ਮਾਇਆ ਦੇ ਵਿੱਚ ਘਿਰਿਆ ਰਹਿੰਦਾ ਸੀ, ਜਾਂ ਹੁਣ ਵੀ ਅਗਰ ਰਹਿੰਦਾ ਆ ਤਾਂ ਹਮੇਸ਼ਾ ਨੋਟ ਕਰਿਓ ਕਿ ਜਦੋਂ ਉਹ ਗੁਰੂ ਬੋਲਦਾ ਆ ਕਿਸੇ ਰਾਗੀ ਚੋਂ, ਕਿਸੇ ਗ੍ਰੰਥੀ ਸਾਹਿਬ ਚੋਂ, ਜਾਂ ਕੋਈ ਹੁਕਮਨਾਮਾ ਚੱਲਦਾ ਆ ਜੋ ਕੰਨਾਂ ਨੂੰ ਸੁਣਨ ਤੋਂ ਮਿਲਦਾ ਆ, ਜਦੋਂ ਬੰਦਾ ਮਾਇਆ 'ਚ ਹੋਊਗਾ ਨਾ ਉਹ ਸੁਣੂਗਾ ਤੇ ਸਹੀ, ਪਰ ਉਹਦੇ ਸਮਝ ਕੁਛ ਨਹੀਂ ਆਉਣੀ। ਭਾਵੇਂ ਸਾਰੇ ਅਰਥ ਉਹਨੂੰ ਪਤਾ ਨੇ, ਸਭ ਕੁਛ ਪਤਾ ਹੁੰਦਿਆਂ ਦੇ ਬਾਵਜੂਦ ਵੀ ਅੰਦਰ ਨਹੀਂ ਜਾਣਾ। ਮਨ ਨੇ ਉਹਨੂੰ ਐਕਸੈਪਟ ਨਹੀਂ ਕਰਨਾ। ਜਦੋਂ ਤੱਕ ਮਾਇਆ ਅੰਦਰ ਆ ਏਦਾਂ ਹੀ ਰਹਿਣਾ। ਪਰ ਜਦੋਂ ਉਹ ਗੁਰੂ ਕਿਰਪਾ ਕਰਦੇ ਫਿਰ ਇਹ ਆਮ ਜਿਹੀਆਂ ਲੱਗਣ ਵਾਲੀਆਂ ਗੁਰਬਾਣੀ ਦੀਆਂ ਪੰਕਤੀਆਂ ਉਹਦੇ ਲਈ ਰੱਬ ਹੋ ਜਾਂਦੀਆਂ। ਫਿਰ ਇੱਕ ਇੱਕ ਚੀਜ਼ ਨੂੰ ਸੁਣਦਾ ਆ, ਅੰਦਰ ਜਾ ਰਹੀ ਆ। ਫਿਰ ਪੰਕਤੀਆਂ ਦੇ ਬਾਣ ਜਦੋਂ ਵੱਜਦੇ ਆ, ਬਾਣੀ ਦੇ ਜਦੋਂ ਬਾਣ ਵੱਜਦੇ ਆ, ਫਿਰ ਰਿਹਾ ਨਹੀਂ ਜਾਂਦਾ। ਫਿਰ ਵਾਹਿਗੁਰੂ ਲਈ ਬਿਰਹਾ ਉਪਜਦਾ ਆ। ਬਿਰਹਾ ਬੇਨਤੀਆਂ ਆ ਵੀ ਮੈਨੂੰ ਕੱਢ ਲੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਹਿ ਦੇਖੇ ਬਿਨ ਪ੍ਰੀਤ ਨ ਉਪਜੈ, ਅੰਧਾ ਕਿਆ ਕਰੇ। ਨਾਨਕ ਜਿਨ ਅੱਖੀਂ ਲੀਤੀਆਂ, ਸੋਈ ਸੱਚਾ ਦੇ। ਸਹਿ ਦੇਖੇ ਬਿਨ ਪ੍ਰੀਤ ਨਾ ਉਪਜੈ। ਹੁਣ ਉਹਦੀ ਕੋਈ ਇੱਕ ਛੋਟੀ ਜਿਹੀ ਕਣੀ ਕਿਤੇ ਮਿਲ ਜੇ ਤੇ ਅੰਦਰ ਪ੍ਰੀਤ ਉਪਜੇ। ਹੁਣ ਜਿਹਨੂੰ ਕਦੀ ਦੇਖਿਆ ਨਹੀਂ, ਜਿਹਨੂੰ ਕਦੀ ਮਹਿਸੂਸ ਨਹੀਂ ਕੀਤਾ, ਉਹਨੂੰ ਮਹਿਸੂਸ ਕੀਤੇ ਬਿਨਾ ਪ੍ਰੀਤ ਵੀ ਕਿਵੇਂ ਉਪਜੇ ਅੰਦਰ? ਠੀਕ ਹੈ, ਅਸੀਂ ਸੁਣਿਆ ਹੁੰਦਾ ਕਿ ਉਹਨੂੰ ਜਪਣ ਨਾਲ ਦੁੱਖ ਦੂਰ ਹੁੰਦੇ ਆ,
ਆ ਹੁੰਦਾ ਆ, ਉਹ ਹੁੰਦਾ ਆ, ਬਹੁਤ ਕੁਝ ਸੁਣਿਆ ਹੁੰਦਾ। ਪਰ ਫਿਰ ਵੀ ਜਦੋਂ ਤੱਕ ਉਹਦੀ ਇੱਕ ਕਣੀ ਅੰਦਰ ਨਹੀਂ ਗਈ, ਪ੍ਰੀਤ ਕਿੱਦਾਂ ਉਪਜੇ? ਇਹ ਕਾਰਜ ਸੰਗਤ ਕਰ ਦਿੰਦੀ। ਜੇ ਕੋਈ ਸੰਗਤ ਦੇ ਵਿੱਚ ਰਹਿਣਾ ਸ਼ੁਰੂ ਕਰ ਦੇ, ਜੇ ਕੋਈ ਢਹਿ ਕੇ ਆ ਜਾਏ ਵੀ ਮੇਰੇ ਤੋਂ ਕੁਝ ਨਹੀਂ ਹੋ ਰਿਹਾ, ਸੰਗਤ ਇੱਕ ਐਸੀ ਚੀਜ਼ ਆ ਜਿਹੜੀ ਕੱਖਾਂ ਤੋਂ ਜਿਹੜੀ ਕੋਡੀ ਤੋਂ ਕੁਛ ਬਣਾ ਦਿੰਦੀ ਹੈ, ਐਸਾ ਜਿਹੜਾ ਫਿਰ ਹਮੇਸ਼ਾ ਹੀ ਕਹਿੰਦਾ ਕਿ ਮੈਂ ਕੁਛ ਨਹੀਂ। ਉਹਦੇ ਇੰਨਾ ਕਹਿਣ 'ਚ ਹੀ ਉਹ ਬਹੁਤ ਕੁਛ ਹੁੰਦਾ ਆ। ਸੰਗਤ ਪਾਰ ਕਰ ਦਿੰਦੀ ਕੰਮ। ਸੰਤਨ ਮੋਕੋ ਪੂੰਜੀ ਸੌਂਪੀ। ਇੱਕ ਗੱਲ ਹਮੇਸ਼ਾ ਯਾਦ ਰੱਖਣਾ, ਜੇ ਕੋਈ ਗੁਰਸਿੱਖ ਜਿਹੜਾ ਸੱਚ ਦਾ ਪਾਂਦੀ ਆ, ਜੇ ਕੋਈ ਕੁਛ ਦੱਸ ਰਿਹਾ ਆ, ਇੱਕ ਚੀਜ਼ ਨੂੰ ਪੱਲੇ ਬੰਨ੍ਹ ਲੈਣਾ। ਇੱਕ ਚੀਜ਼ ਵੀ ਇੱਧਰ ਉੱਧਰ ਨਹੀਂ ਕਰਨੀ, ਜਿਵੇਂ ਕਹਿ ਰਿਹਾ ਬਸ ਕਰ ਲੈਣਾ। ਹੋਵੇ ਸੱਚ ਦਾ ਵਪਾਰੀ ਹੋਵੇ ਤੇ ਤੁਹਾਨੂੰ ਪਛਾਣ ਆ ਜੇ, ਅੱਖਾਂ ਬੰਦ ਕਰਕੇ ਗੱਲ ਮੰਨ ਲੈਣਾ। ਜਿਹੜੀ ਤੁਹਾਨੂੰ ਲੱਗੇ ਕਿ ਗੁਰਮਤ ਦੇ ਦਾਇਰੇ 'ਚ ਹੈ, ਉਹਦੇ ਵਿੱਚ ਸਭ ਕੁਛ ਆ। ਕਿਉਂਕਿ ਜਦੋਂ ਕੋਈ ਕੁਛ ਦਿੰਦਾ ਹੈ ਨਾ, ਸੰਤਨ ਮੋਕੋ ਪੂੰਜੀ ਸੌਂਪੀ। ਇਹ ਕਿਹੜੀ ਪੂੰਜੀ ਆ? ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕੋਈ ਗੁਰਸਿੱਖ ਕਦੀ ਵੀ ਕੁਛ ਐਸਾ ਫਾਲਤੂ ਨਹੀਂ ਬੋਲਦਾ ਜਿਹਦੇ 'ਚ ਕੋਈ ਤੱਤ ਮੌਜੂਦ ਨਾ ਹੋਵੇ। ਕਿਉਂਕਿ ਉਹਨੂੰ ਪਤਾ ਹੈ ਮੇਰਾ ਕਿਹਾ ਹੋਇਆ ਇੱਕ ਬੋਲ ਉਹਨੂੰ ਤੋਲ ਕੇ ਕਹਿੰਦਾ ਹੈ। ਜੇ ਉਹਨੇ ਕੁਛ ਬੋਲਿਆ ਹੈ ਨਾ, ਉਹਨੇ ਤੈਨੂੰ ਆਪਣੀ ਰਾਸ ਦਿੱਤੀ ਆ, ਜਿਹੜੀ ਜੇ ਤੂੰ ਕਮਾ ਲਈ, ਫਿਰ ਉਹ ਵਧਣੀ ਆ, ਘਟਣੀ ਕਦੇ ਨਹੀਂ, ਖਤਮ ਨਹੀਂ ਹੋਣੀ ਕਦੇ। ਫਿਰ ਦੱਸਣ ਵਾਲੇ ਦਾ ਵੀ ਭਲਾ ਤੇ ਮੰਨਣ ਵਾਲੇ ਦਾ ਵੀ ਭਲਾ। ਕਿਉਂਕਿ ਗੁਰੂ ਸਾਹਿਬ ਕਹਿ ਗਏ, ਹਮੇਸ਼ਾ ਕਹਿ ਰਹੇ ਆ ਕਿ ਵਿਣ ਗਾਹਕ ਗੁਣ ਵੇਚੀਏ ਤਾਂ ਗੁਣ ਸਾਗੋ ਜਾਏ। ਜੇ ਨਾ ਮੰਨੀ ਤੇ ਬੋਲਣ ਵਾਲੇ ਦਾ ਵੀ ਨੁਕਸਾਨ ਆ, ਤੇ ਜੇ ਮੰਨ ਲਈ ਫਿਰ ਬੂਟਾ ਲੱਗ ਜਾਣਾ ਅੰਦਰ, ਸੁੱਕਣਾ ਨਹੀਂ ਕਦੇ ਵੀ। ਹਮੇਸ਼ਾ ਅਗਰ ਕਿਸੇ ਕੋਲੋਂ ਕੁਛ ਪੁੱਛਦੇ ਹੋ ਨਾ, ਜੇ ਤੁਹਾਨੂੰ ਲੱਗਦਾ ਹੈ ਕਿ ਇਹ ਸੰਗਤ ਹੈ ਮੇਰੀ, ਉਹਦੀ ਗੱਲ ਕਦੇ ਨਾ ਮੋੜਿਓ। ਪਾਰ ਹੋ ਜੂਗੀ ਰੂਹ। ਇਹ ਪ੍ਰਤੱਖ ਆ। ਜਿੰਨੇ ਸੰਗਤ ਦੇ ਬੋਲ ਕਮਾ ਲਏ, ਗੁਰੂ ਦੇ ਬੋਲ ਸਮਝ ਗਏ, ਜਿਹੜੇ ਬੋਲ ਗੁਰਮਤ ਦੇ ਦਾਇਰੇ 'ਚ ਆ। ਆਪਣਾ ਨੁਕਸਾਨ ਨਹੀਂ ਕਰਨਾ ਕਿਸੇ ਪਹਿਲਾਂ ਸੱਚ ਨੂੰ ਪਛਾਣਨਾ ਕਿ ਵਾਕਈ ਜੋ ਕਿਹਾ ਗਿਆ ਹੈ ਉਹ ਗੁਰਮਤ ਦੇ ਦਾਇਰੇ 'ਚ ਹੈ। ਆਪਣੀ ਸਮਝ ਵੀ ਵਿੱਚ ਰੱਖਣੀ। ਜੇ ਪੂਰਨ ਵਿਸ਼ਵਾਸ ਆ ਕਿ ਹਾਂ ਇਹ ਗੱਲ ਗੁਰਮਤ ਦੇ ਦਾਇਰੇ 'ਚ ਕਹੀ ਆ, 100% ਅੱਖਾਂ ਬੰਦ ਕਰਕੇ ਮੰਨ ਲੈਣੀ। ਉਹਦੇ 'ਚ ਵਾਹਿਗੁਰੂ ਆਪ ਵਰਤੂਗਾ। ਫਿਰ ਗੁਰੂ ਸਾਹਿਬ ਅੱਗੇ ਕਹਿ ਰਹੇ, ਸਹਿ ਦੇਖੇ ਬਿਨ ਪ੍ਰੀਤ ਨਾ ਉਪਜੈ, ਅੰਧਾ ਕਿਆ ਕਰੇ। ਨਾਨਕ ਜਿਨ ਅੱਖੀਂ ਲੀਤੀਆਂ, ਸੋਈ ਸੱਚਾ ਦੇ। ਤੇ ਜਦੋਂ ਕਿਰਪਾ ਕਰ ਦੇਵੇ, ਸੰਗਤ 'ਚ ਆ ਕੇ ਜਦੋਂ ਮਿਹਰ ਕਰ ਦੇਵੇ, ਫਿਰ ਕੀ ਹੁੰਦਾ? ਫਿਰ ਕਹਿੰਦੇ, ਆਪਾਂ ਪੜ੍ਹਦੇ ਆ ਨਾ, ਰਹਿਰਾਸ ਸਾਹਿਬ 'ਚ ਵੀ ਆਉਂਦਾ ਵੀ, ਹੋਰ ਵੀ ਬਹੁਤ ਥਾਵਾਂ ਤੇ ਗੁਰੂ ਸਾਹਿਬ ਨੇ ਇਹ
ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਉਹ ਆਪ ਹੀ ਭੁਲਾ ਦਿੰਦਾ ਆ, ਸਾਰੇ ਸੰਸਾਰ ਨੂੰ ਭੁਲਾਈ ਰੱਖਿਆ ਉਹਨੇ ਆਪ ਹੀ, ਤੇ ਆਪ ਹੀ ਉਹ ਕਿਰਪਾ ਕਰਦਾ ਆ। ਤੇ ਇੱਥੇ ਵੀ ਉਦਾਂ ਹੀ ਆ, ਜਿਨ ਅੱਖੀਂ ਲੀਤੀਆਂ ਸੋਈ ਸੱਚਾ ਦੇ। ਜਿਹਨੇ ਫਿਰ ਇਹ ਮਾਇਆ ਦੇ ਪਰਚੇ ਪਾਏ ਹੋਏ ਸੀ, ਉਸ ਆਪਣੀ ਖੇਡ ਦੇ ਵਿੱਚ ਜਿਹਨੇ ਇਸ ਜੀਵ ਆਤਮਾ ਨੂੰ ਉਲਝਾਈ ਰੱਖਿਆ ਸੀ, ਉਹੀ ਅੱਖਾਂ ਉਹ ਫਿਰ ਵਾਪਸ ਦੇ ਦਿੰਦਾ। ਰਹਿਮ ਦੀਆਂ ਕਿਰਪਾ ਵਾਲੀਆਂ ਨਜ਼ਰਾਂ ਉਹ ਦੇ ਦਿੰਦਾ ਵਾਪਸ। ਜਿਨ ਅੱਖੀਂ ਲੀਤੀਆਂ ਸੋਈ ਸੱਚਾ ਦੇ। ਫਿਰ ਅੱਖਾਂ ਉਹੀ ਨੇ, ਕੰਨ ਉਹੀ ਨੇ, ਜ਼ੁਬਾਨ ਉਹੀ ਆ। ਹੁਣ ਕੋਈ ਕੂੜ ਨਹੀਂ ਬੋਲ ਰਿਹਾ, ਹੁਣ ਸਿਰਫ ਜ਼ੁਬਾਨ ਨੂੰ ਇਹ ਕਹਿ ਰਿਹਾ ਕਿ ਤੂੰ ਮੈਨੂੰ ਜਿਹੜੀ ਇਹ ਦਾਤ ਬਖਸ਼ੀ ਆ ਕਿ ਮੇਰੇ ਕੋਲ ਆਵਾਜ਼ ਆ, ਉਹ ਆਵਾਜ਼ ਤੋਂ ਫਿਰ ਉਹ ਵਾਹਿਗੁਰੂ ਹੀ ਬੋਲਦਾ। ਇਹ ਕੰਨਾਂ ਨੂੰ ਫਿਰ ਉਹ ਨਾਮ ਲਈ ਵਰਤਣਾ ਸ਼ੁਰੂ ਕਰ ਦਿੰਦਾ। ਕੋਈ ਐਸੀ ਚੀਜ਼ ਨਹੀਂ ਦੇਖਦਾ, ਦੇਖ ਹੀ ਨਹੀਂ ਪਾਉਂਦਾ, ਸੁਣ ਹੀ ਨਹੀਂ ਪਾਉਂਦਾ ਜਿਹਦੇ 'ਚ ਨਾਮ ਨਹੀਂ ਆ। ਇੱਕ ਤੁੱਛ ਜਿਹੀ ਚੀਜ਼ ਤੋਂ ਵੀ ਨਾਮ ਕੱਢ ਲੈਂਦਾ। ਜਿਹੜੀ ਚੀਜ਼ ਦੁਨੀਆ ਲਈ ਕੂੜ ਆ, ਉਹਦੇ 'ਚੋਂ ਵੀ ਉਹਨੂੰ ਨਾਮ ਦਿਸਣ ਲੱਗਦਾ। ਬੁਰੇ ਤੋਂ ਬੁਰੇ ਦੇ ਵਿੱਚ ਵੀ ਉਹ ਗੁਣ ਕੱਢ ਕੇ ਉਹਨੂੰ ਚੁੱਕ ਲੈਂਦਾ। ਜਿੱਧਰ ਦੇਖਦਾ ਉਹਦਾ ਹੀ ਉਹਨੂੰ ਸਰੂਪ ਦਿਸਦਾ। ਇਹ ਨਜ਼ਰਾਂ ਕਿਰਪਾ ਦੇ ਨਾਲ, ਇਹ ਨਜ਼ਰੀਆ ਕਿਰਪਾ ਦੇ ਨਾਲ ਗੁਰੂ ਦੇ ਦਿੰਦਾ। ਨਾਨਕ ਜਿਨ ਅੱਖੀਂ ਲੀਤੀਆਂ ਸੋਈ ਸੱਚਾ ਦੇ, ਉਹ ਦੇ ਦਿੰਦਾ, ਫਿਰ ਗੱਲ ਲਾ ਲੈਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।